ਗੁੱਡ ਮਾਰਨਿੰਗ ਸਟੂਡੈਂਟਸ। ਬੇਟਾ ਅੱਜ ਜੋ ਆਪਾਂ ਪੋਇਮ ਕਰਨ ਜਾ ਰਹੇ ਹਾਂ ਇਹ ਤੁਹਾਡੀ 9th ਕਲਾਸ ਦੀ ਮੇਨ ਕੋਰਸ ਬੁੱਕ ਵਿੱਚ ਫਸਟ ਪੋਇਮ ਹੈ ਜਿਸ ਦਾ ਨਾਮ ਹੈ ਓਪਨ ਥਾਈ ਆਈਜ਼ ਐਂਡ ਸੀ ਥਾਈ ਗੋਡ। ਇੰਗਲਿਸ਼ ਦੇ ਮਹਾਨ ਪੋਇਟ ਰਵਿੰਦਰਨਾਥ ਟੈਗੋਰ ਜੀ ਦੁਆਰਾ ਇਹ ਲਿਖੀ ਗਈ ਹੈ, ਜੋ ਕਿ ਕੇਵਲ ਇੱਕ ਪੋਇਟ ਹੀ ਨਹੀਂ ਸਨ, ਕਵੀ ਹੀ ਨਹੀਂ ਸਨ, ਬਲਕਿ ਇੱਕ ਬਹੁਤ ਹੀ ਵਧੀਆ ਨਾਟਕਕਾਰ, ਪੇਂਟਰ ਅਤੇ ਹੋਰ ਵੀ ਬਹੁਤ ਸਾਰੇ ਗੁਣ ਉਹਨਾਂ ਵਿੱਚ ਸਨ। ਇਹ ਜੋ ਪੋਮ ਹੈ ਉਹਨਾਂ ਦੀ ਬੁੱਕ ਗੀਤਾਂਜਲੀ ਵਿੱਚ ਦਰਜ ਹੈ। ਅੱਜ ਆਪਾਂ ਲਾਈਨ ਟੂ ਲਾਈਨ ਇਸ ਪੋਮ ਨੂੰ ਪੜ੍ਹਾਂਗੇ ਅਤੇ ਸਮਝਾਂਗੇ ਕਿ ਕਵੀ ਨੇ ਇਸ ਪੋਮ ਵਿੱਚ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਲੈਟਸ ਸਟਾਰਟ। ਸਭ ਤੋਂ ਪਹਿਲਾਂ ਬੇਟਾ ਇਹ ਟਾਈਟਲ ਦੇਖੋ, ਓਪਨ ਦਾ ਆਈਜ਼ ਐਂਡ ਸੀ ਥਾਈ ਗੋਡ। ਇੱਥੇ ਕੀ ਕਿਹਾ ਗਿਆ ਹੈ? ਆਪਣੀਆਂ ਅੱਖਾਂ ਖੋਲੋ ਅਤੇ ਪਰਮਾਤਮਾ ਨੂੰ ਵੇਖੋ। The poet says that God does not live in temples. ਕਵੀ ਕਹਿੰਦਾ ਹੈ ਕਿ ਪਰਮਾਤਮਾ ਮੰਦਿਰਾਂ ਦੇ ਵਿੱਚ ਨਹੀਂ ਰਹਿੰਦਾ। Where is he to be found then? ਫਿਰ ਉਸਨੂੰ ਕਿੱਥੇ ਲੱਭਿਆ ਜਾ ਸਕਦਾ ਹੈ? ਜੇਕਰ ਮੰਦਿਰਾਂ ਵਿੱਚ ਨਹੀਂ ਰਹਿੰਦਾ ਤਾਂ ਪਰਮਾਤਮਾ ਨੂੰ ਕਿੱਥੇ ਲੱਭਿਆ ਜਾ ਸਕਦਾ ਹੈ? ਪੋਮ ਦੇਖੋ ਬੇਟਾ। Leave this chanting and singing and telling of beads. ਛੱਡ ਦਿਓ ਇਹ ਚੈਂਟਿੰਗ। ਚੈਂਟਿੰਗ ਹੁੰਦਾ ਬੇਟਾ ਭਜਨ ਗਾਉਣਾ, ਐਂਡ ਸਿੰਗਿੰਗ ਗਾਉਣਾ, ਐਂਡ ਟੈਲਿੰਗ ਆਫ ਬੀਡਸ ਮਾਲਾ ਦੇ ਮਣਕੇ ਫੇਰਨਾ। ਅਸਲ ਵਿੱਚ ਬੇਟਾ ਇਹ ਜੋ ਪੋਮ ਹੈ ਇੱਕ ਇਹੋ ਜਿਹੇ ਪੁਜਾਰੀ ਨੂੰ ਸੰਬੋਧਿਤ ਕੀਤੀ ਗਈ ਹੈ ਜੋ ਕਿ ਇੱਕ ਮੰਦਿਰ ਵਿੱਚ ਬੈਠਾ ਪਰਮਾਤਮਾ ਦੀ ਭਗਤੀ ਕਰ ਰਿਹਾ ਹੈ ਅਤੇ ਉਹ ਇਹ ਸੋਚਦਾ ਹੈ ਕਿ ਸ਼ਾਇਦ ਪਰਮਾਤਮਾ ਉਸ ਨੂੰ ਮੰਦਿਰ ਵਿੱਚੋਂ ਮਿਲ ਜਾਵੇ, ਮੰਦਿਰ ਵਿੱਚੋਂ ਜਾਂ ਗੁਰਦੁਆਰਾ ਵਿੱਚੋਂ ਜਾਂ ਕਿਸੇ ਵੀ ਹੋਰ ਧਾਰਮਿਕ ਸਥਾਨ ਤੋਂ। ਬਲਕਿ ਤੁਹਾਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਕਿਸੇ ਖਾਸ ਪੁਜਾਰੀ ਦੀ ਹੀ ਗੱਲ ਨਹੀਂ ਕੀਤੀ ਗਈ, ਹਰ ਇੱਕ ਉਸ ਇਨਸਾਨ ਦੀ ਗੱਲ ਕੀਤੀ ਗਈ ਹੈ ਜੋ ਇਹ ਸਮਝਦਾ ਹੈ ਕਿ ਪਰਮਾਤਮਾ ਸ਼ਾਇਦ ਸਾਨੂੰ ਧਾਰਮਿਕ ਸਥਾਨਾਂ ਤੋਂ ਮਿਲ ਜਾਂਦਾ ਹੈ। ਤਾਂ ਪੋਇਟ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ ਇਸ ਪੁਜਾਰੀ ਨੂੰ ਸੰਬੋਧਿਤ ਕਰਦੇ ਹੋਏ? ਕੀ ਕਹਿ ਰਹੇ ਹਨ ਕਿ ਇਹ ਜੋ ਭਜਨ ਤੁਸੀਂ ਗਾ ਰਹੇ ਹੋ ਜਾਂ ਮਾਲਾ ਦੇ ਮਣਕੇ ਫੇਰ ਰਹੇ ਹੋ, ਇਹਨਾਂ ਨੂੰ ਛੱਡ ਦਿਓ। ਪੋਇਟ ਇੱਕ ਕੁਐਸਚਨ ਕਰਦਾ ਹੈ ਇਹੋ ਜਿਹੇ ਪੁਜਾਰੀ ਨੂੰ, whom dost thou worship in this lonely dark corner of a temple with doors all shut? ਉਸ ਪੁਜਾਰੀ ਨੂੰ ਕੁਐਸਚਨ ਕਰ ਰਹੇ ਹਨ ਕਵੀ, whom ਕਿਸ ਨੂੰ, dost means ਕੀ ਹੈ ਬੇਟਾ does, ਤੇ do ਕੀ ਹੈ you, whom does you worship? ਤੁਸੀਂ ਕਿਸ ਨੂੰ ਪੂਜਦੇ ਹੋ ਇਸ ਇਕੱਲੇ ਹਨੇਰੇ ਕੋਨੇ ਵਿੱਚ ਬੈਠ ਕੇ, ਮੰਦਿਰ ਦੇ ਇਕੱਲੇ ਹਨੇਰੇ ਕੋਨੇ ਵਿੱਚ ਬੈਠ ਕੇ ਕਿਸ ਨੂੰ ਪੂਜਦੇ ਹੋ ਸਾਰੇ ਦਰਵਾਜ਼ੇ ਬੰਦ ਕਰਕੇ? ਓਪਨ thine eyes, thine ਦਾ ਮਤਲਬ ਕੀ ਹੈ ਬੇਟਾ yours, open your eyes and see the God is not before thee. ਆਪਣੀਆਂ ਅੱਖਾਂ ਖੋਲੋ ਅਤੇ ਦੇਖੋ ਕਿ God ਪਰਮਾਤਮਾ is not before thee. thee ਦਾ ਮੀਨਿੰਗ ਬੇਟਾ ਇੱਥੇ you ਹੈ। ਆਪਣੀਆਂ ਅੱਖਾਂ ਖੋਲੋ ਅਤੇ ਵੇਖੋ ਪਰਮਾਤਮਾ ਤੁਹਾਡੇ ਸਾਹਮਣੇ ਨਹੀਂ ਹੈ। He is there where the tiller is tilling the hard ground. ਉਹ ਉੱਥੇ ਹੈ ਜਿੱਥੇ ਟਿਲਰ, ਟਿਲਰ ਕਿਸ ਨੂੰ ਕਿਹਾ ਗਿਆ ਬੇਟਾ? ਹਲ ਵਾਹੁਣ ਵਾਲੇ ਨੂੰ। ਜਿੱਥੇ ਹਲ ਵਾਹੁਣ ਵਾਲਾ ਟਿਲਿੰਗ ਦਾ ਹਾਰਡ ਗਰਾਊਂਡ, ਸਖਤ ਜ਼ਮੀਨ ਨੂੰ ਵਾਹ ਰਿਹਾ ਹੈ। ਐਂਡ ਵੇਅਰ ਦਾ ਪਾਥ ਮੇਕਰ, ਰਸਤਾ ਬਣਾਉਣ ਵਾਲਾ, ਇਜ਼ ਬ੍ਰੇਕਿੰਗ ਸਟੋਨਸ, ਜਿੱਥੇ ਰਸਤਾ ਬਣਾਉਣ ਵਾਲਾ ਵਿਅਕਤੀ ਪੱਥਰ ਤੋੜ ਰਿਹਾ ਹੈ। ਭਾਵ ਇਹ ਜੋ ਮਿਹਨਤਕਸ਼ ਲੋਕ ਹਨ ਪਰਮਾਤਮਾ ਇਹਨਾਂ ਦੇ ਨਾਲ ਹੈ। He is with them, ਉਹ ਉਹਨਾਂ ਨਾਲ ਹੈ। ਇਨ ਸਨ ਐਂਡ ਇਨ ਸ਼ਾਵਰ,
ਸੂਰਜ ਦੀ ਗਰਮੀ ਦੇ ਵਿੱਚ ਵੀ, ਐਂਡ ਇਨ ਸ਼ਾਵਰ ਕੀ ਹੈ, ਬਰਸਾਤ ਦੇ ਵਿੱਚ ਵੀ। ਭਾਵ ਉਹ ਇਹਨਾਂ ਮੁਸੀਬਤ ਵਾਲੀਆਂ ਜੋ ਸਥਿਤੀਆਂ ਹਨ ਜਿੱਥੇ ਉਹ ਮਿਹਨਤ ਕਰ ਰਿਹਾ ਹੈ, ਹਰ ਸਮੇਂ ਉਹ ਕੀ ਹੈ, ਉਹਨਾਂ ਦੇ ਨਾਲ ਹੈ। ਗਰਮੀ ਵਿੱਚ ਵੀ ਹੈ ਜਾਂ ਬਰਸਾਤ ਹੋ ਰਹੀ ਹੈ, ਉਸ ਸਮੇਂ ਵੀ ਉਹਨਾਂ ਦੇ ਨਾਲ ਹੈ। ਐਂਡ ਹਿਜ਼ ਗਾਰਮੈਂਟ ਇਜ਼ ਕਵਰਡ ਵਿਦ ਡਸਟ, ਅਤੇ ਉਸਦੇ ਕੱਪੜੇ, ਬੇਟਾ ਇਹ ਐਚ ਕੈਪੀਟਲ ਪਾਈ ਹੈ ਜਦ, ਤਾਂ ਇਸ ਦਾ ਮੀਨਿੰਗ ਕੀ ਹੈ ਕਿ ਇਹ ਪਰਮਾਤਮਾ ਨੂੰ ਕਹਿ ਰਹੇ ਹਾਂ ਅਸੀਂ, ਪਰਮਾਤਮਾ ਦੇ ਲਈ ਹਿਜ਼ ਸ਼ਬਦ ਵਰਤਿਆ ਗਿਆ ਹੈ। ਜਦ ਇੱਕ ਪੂਰੇ ਸੈਂਟੈਂਸ ਵਿੱਚ ਕੈਪੀਟਲ ਐਚ ਪਾ ਕੇ ਹਿਜ਼ ਲਿਖਿਆ ਹੋਵੇ ਤਾਂ ਮੀਨਿੰਗ ਕੀ ਹੈ, ਅਸੀਂ ਇਹ ਹਿਜ਼ ਕਿਹਦੇ ਲਈ ਯੂਜ਼ ਕੀਤਾ ਹੈ, ਪਰਮਾਤਮਾ ਦੇ ਲਈ। ਹਿਜ਼ ਗਾਰਮੈਂਟ ਇਜ਼ ਕਵਰਡ ਵਿਦ ਡਸਟ, ਉਸਦੇ ਕੱਪੜੇ ਜੋ ਹਨ ਧੂੜ ਮਿੱਟੀ ਨਾਲ ਢਕੇ ਹੋਏ ਹਨ। Put off thy holy mantle, and even like him come down on the dusty soil। ਕਵੀ ਕੀ ਕਹਿ ਰਿਹਾ ਹੈ ਉਸ ਵਿਅਕਤੀ ਨੂੰ, ਉਸ ਪੁਜਾਰੀ ਨੂੰ, ਕਿ ਉਤਾਰ ਦਿਓ ਇਹ ਜੋ ਧਾਰਮਿਕ ਚੋਲਾ ਤੁਸੀਂ ਪਹਿਨਿਆ ਹੋਇਆ ਹੈ ਨਾ, ਪਰਮਾਤਮਾ ਦੀ ਭਗਤੀ ਕਰ ਰਹੇ ਹੋ ਇੱਥੇ ਮੰਦਿਰ ਵਿੱਚ ਬੈਠੇ ਹੋਏ, ਇਸ ਧਾਰਮਿਕ ਚੋਲੇ ਨੂੰ ਉਤਾਰ ਦਿਓ ਅਤੇ ਇੱਥੋਂ ਤੱਕ ਕਿ ਉਸਦੇ ਵਾਂਗ, ਯਾਨੀ ਕਿ ਪਰਮਾਤਮਾ ਦੇ ਵਾਂਗ, ਕਮ ਡਾਊਨ ਔਨ ਦਾ ਡਸਟੀ ਸੋਇਲ, ਉਸ ਧੂੜ ਭਰੀ ਮਿੱਟੀ ਦੇ ਵਿੱਚ ਤੁਸੀਂ ਵੀ ਆ ਜਾਓ। ਭਾਵ ਮਿਹਨਤ ਕਰੋ, ਜਿਸ ਤਰ੍ਹਾਂ ਪਰਮਾਤਮਾ ਮਿਹਨਤਕਸ਼ ਲੋਕਾਂ ਦੇ ਨਾਲ ਹੈ, ਤੁਸੀਂ ਵੀ ਮਿਹਨਤ ਕਰੋ। ਡਿਲੀਵਰੈਂਸ, ਡਿਲੀਵਰੈਂਸ ਹੁੰਦਾ ਹੈ ਬੇਟਾ ਮੁਕਤੀ। ਕੀ ਕਹਿ ਰਿਹਾ ਹੈ ਕਵੀ, ਮੁਕਤੀ। ਵੇਅਰ ਇਜ਼ ਦਿਸ ਡਿਲੀਵਰੈਂਸ ਟੂ ਬੀ ਫਾਊਂਡ, ਇਹ ਮੁਕਤੀ ਕਿੱਥੇ ਲੱਭੀ ਜਾ ਸਕਦੀ ਹੈ। ਜਦ ਉਸ ਪੁਜਾਰੀ ਨੇ ਕਿਹਾ ਹੋਣਾ ਕਿ ਮੈਂ ਮੁਕਤੀ ਲੱਭ ਰਿਹਾ ਹਾਂ, ਤਾਂ ਫਿਰ ਕਵੀ ਨੇ ਕੀ ਕਿਹਾ, ਮੁਕਤੀ। ਇਹ ਮੁਕਤੀ ਕਿੱਥੇ ਲੱਭੀ ਜਾ ਸਕਦੀ ਹੈ। ਆਵਰ ਮਾਸਟਰ ਹਿਮਸੈਲਫ ਹੈਜ਼ ਜੋਇਫੁਲੀ ਟੇਕਨ ਅਪੌਨ ਹਿਮ, ਸਾਡੇ ਮਾਲਕ ਨੇ, ਭਾਵ ਪਰਮਾਤਮਾ ਨੇ ਆਪ ਖੁਸ਼ੀ ਜੋਇਫੁਲੀ ਟੇਕਨ ਅਪੌਨ ਹਿਮ, ਆਪਣੇ ਉੱਪਰ ਲਏ ਹੋਏ ਹਨ ਦਾ ਬੌਂਡਸ ਆਫ ਕ੍ਰੀਏਸ਼ਨ, ਰਚਨਾ ਦੇ ਜੋ ਬੰਧਨ ਹਨ। ਭਾਵ ਇਸ ਸੰਸਾਰ ਨੂੰ ਰਚਨ ਦਾ ਜੋ ਕੰਮ ਹੈ ਉਹ ਪਰਮਾਤਮਾ ਨੇ ਖੁਸ਼ੀ ਆਪਣੇ ਉੱਪਰ ਲਿਆ ਹੋਇਆ ਹੈ। He is bound with us all forever, ਉਹ ਸਾਡੇ ਨਾਲ ਹਮੇਸ਼ਾ ਦੇ ਲਈ ਬੱਝਿਆ ਹੋਇਆ ਹੈ। ਭਾਵ ਜਦ ਪਰਮਾਤਮਾ ਖੁਦ ਮੁਕਤ ਨਹੀਂ ਹੈ, ਉਸਨੇ ਵੀ ਆਪਣੇ ਉੱਪਰ ਸਾਡੀਆਂ ਜ਼ਿੰਮੇਵਾਰੀਆਂ ਲਈਆਂ ਹੋਈਆਂ ਹਨ, ਫਿਰ ਅਸੀਂ ਮੁਕਤ ਕਿਵੇਂ ਹੋ ਸਕਦੇ ਹਾਂ। Come out thy meditations, ਇਸ ਮੈਡੀਟੇਸ਼ਨ ਵਿੱਚੋਂ, ਇਸ ਸਮਾਧੀ ਵਿੱਚੋਂ ਬਾਹਰ ਆ ਜਾਓ। ਐਂਡ ਲੀਵ ਅਸਾਈਡ, ਅਤੇ ਇੱਕ ਪਾਸੇ ਛੱਡ ਦਿਓ, thy flowers and incense, ਇਹ ਜੋ ਫੁੱਲ ਹਨ ਅਤੇ ਸੁਗੰਧੀਆਂ ਹਨ, ਜੋ ਬੇਟਾ ਅਸੀਂ ਧੂਫ ਵਗੈਰਾ ਲਗਾਉਂਦੇ ਹਾਂ, ਇਨਸੈਂਸ ਕਿਹਾ ਗਿਆ ਉਸਨੂੰ, ਸੁਗੰਧੀਆਂ ਹਨ ਜਾਂ ਫੁੱਲ ਹਨ ਜੋ ਉਹ ਪੁਜਾਰੀ ਪਰਮਾਤਮਾ ਨੂੰ ਅਰਪਿਤ ਕਰ ਰਿਹਾ ਹੈ। ਕਵੀ ਕੀ ਕਹਿੰਦਾ ਹੈ, ਆਪਣੀ ਸਮਾਧੀ ਦੇ ਵਿੱਚੋਂ ਬਾਹਰ ਆ ਜਾਓ ਤੇ ਇਹਨਾਂ ਫੁੱਲਾਂ ਨੂੰ, ਇਹਨਾਂ ਸੁਗੰਧੀਆਂ ਨੂੰ ਇੱਕ ਪਾਸੇ ਰੱਖ ਦਿਓ। What harm is there, ਕੀ ਨੁਕਸਾਨ ਹੈ। If thy clothes become tattered and stained, ਜੇਕਰ ਤੁਹਾਡੇ ਕੱਪੜੇ ਫਟ ਜਾਣ ਅਤੇ ਉਹਨਾਂ ਉੱਤੇ ਦਾਗ ਧੱਬੇ ਲੱਗ ਜਾਣ ਤਾਂ ਇਸ ਨਾਲ ਕੀ ਨੁਕਸਾਨ ਹੋ ਜਾਵੇਗਾ। ਭਾਵ ਤੁਸੀਂ ਮਿਹਨਤ ਕਰੋ, ਕੀ ਹੋ ਜਾਵੇਗਾ ਜੇਕਰ ਤੁਹਾਡੇ ਕੱਪੜੇ ਫਟ ਜਾਣਗੇ ਜਾਂ ਉਹਨਾਂ ਉੱਪਰ ਦਾਗ ਧੱਬੇ ਲੱਗ ਜਾਣਗੇ। ਮੀਟ ਹਿਮ ਐਂਡ ਸਟੈਂਡ ਬਾਈ ਹਿਮ, ਉਸ ਨੂੰ ਮਿਲੋ ਅਤੇ ਉਸ ਦੇ ਨਾਲ ਖੜੋ। ਇਨ ਟੋਇਲ, ਸੰਘਰਸ਼ ਵਿੱਚ। ਐਂਡ ਇਨ ਦਾ ਸਵੈਟ ਆਫ दाई ब्रो, ਅਤੇ ਆਪਣੇ ਮੱਥੇ ਦੇ ਉੱਪਰ ਪਸੀਨਾ ਲਏ ਹੋਏ ਆਓ, ਉਸ ਨੂੰ ਮਿਲੋ ਅਤੇ ਉਸ ਦੇ ਨਾਲ ਖੜੋ। ਕੀ ਕਹਿ ਰਿਹਾ ਹੈ ਕਵੀ ਬੇਟਾ, ਕਿ ਸਾਨੂੰ ਕੀ ਹੈ, ਕੇਵਲ ਇਸ ਤਰ੍ਹਾਂ ਦੀ ਬਿਨਾਂ ਸੋਚੇ ਸਮਝੇ ਪਰਮਾਤਮਾ ਦੀ ਭਗਤੀ ਦੇ ਵਿੱਚ ਨਹੀਂ ਲੱਗੇ ਰਹਿਣਾ ਚਾਹੀਦਾ। ਅਸੀਂ ਤਾਂ ਕੀ ਹੈ, ਸਾਨੂੰ ਮਿਹਨਤ ਕਰਨੀ ਚਾਹੀਦੀ ਹੈ, ਕਿਉਂਕਿ ਪਰਮਾਤਮਾ ਹਮੇਸ਼ਾ ਮਿਹਨਤਕਸ਼ ਲੋਕਾਂ ਦੇ ਨਾਲ ਹੈ। ਇਹ ਜ਼ਰੂਰੀ ਨਹੀਂ ਕਿ ਪਰਮਾਤਮਾ ਸਾਨੂੰ ਮੰਦਿਰਾਂ ਵਿੱਚ, ਮਸਜਿਦਾਂ ਵਿੱਚ ਜਾਂ ਗੁਰਦੁਆਰਿਆਂ ਦੇ ਵਿੱਚ ਹੀ ਮਿਲਦਾ ਹੈ। ਕਵੀ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਸਾਨੂੰ ਮਿਹਨਤ ਕਰਨ ਨਾਲ ਮਿਲਦਾ ਹੈ।
ਇਸੇ ਲਈ ਕਵੀ ਕੀ ਹੈ, ਇਸ ਤਰ੍ਹਾਂ ਦੇ ਇੱਕ ਅੰਧ ਭਗਤ ਨੂੰ ਕੀ ਕਹਿ ਰਹੇ ਹਨ ਕਿ ਤੁਸੀਂ ਵੀ ਆਓ, ਇਹ ਸੁਗੰਧੀਆਂ ਵਗੈਰਾ, ਇਹ ਫੁੱਲ ਵਗੈਰਾ ਤੁਸੀਂ ਇੱਕ ਪਾਸੇ ਛੱਡ ਦਿਓ, ਆਓ ਅਤੇ ਮਿਹਨਤਕਸ਼ ਲੋਕਾਂ ਦੇ ਨਾਲ ਮਿਹਨਤ ਕਰੋ, ਫਿਰ ਹੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ। Okay students, here we have completed this poem. I hope you have understood it. Goodbye.